अस्सलामुअलैकुम ट्रैक्टर पॉइंट यूट्यूब चैनल 'ਚ खुश आमदी जी दोस्तों। ਅਸੀਂ ਅੱਜ ਜੀ ਆਏ ਹਾਂ ਜੀ ਸਪੈਸ਼ਲ कह लो कि MF 240 ਦੀ ਵੀਡੀਓ ਬਣਾਉਣ ਤੇ ਸਾਡੇ ਨਾਲ ਨੇ ਭਾਈ ਰਫੀਕ ਹੋਣੀ ਤੇ ਉਸਤਾਦ ਆ ਜੀ। कह लो कि ट्रैक्टਰਾਂ ਦੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਆ ਜੀ ਭਾਈ ਹੋਣੀ ਤੇ ਇਹ ਆਏ ਸੀਗੇ ਕਣਕ ਬੀਜਣ ਜੀ ਆਪਣੇ कह लो कि ਦੋਸਤ ਦੇ ਤੇ ਭਾਈ ਹੁਣਾਂ ਨਾਲ ਕੋਈ ਅੱਜ ਚੰਦ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਜੀ 240 ਟਰੈਕਟਰ ਦੇ ਹਵਾਲੇ ਨਾਲ ਔਰ ਜਿੰਨੇ ਵੀ ਪਾਕਿਸਤਾਨ ਦੇ ਦੂਸਰੇ ਟਰੈਕਟਰ ਆ ਉਹ ਵੀ। ਤੇ ਵੈਸੇ ਤੇ ਦੋਸਤੋ ਆਪਾਂ ਤੁਹਾਡੇ ਨਾਲ कह लो कि ਇਹ ਪਰਫਾਰਮੈਂਸ ਵੀਡੀਓ ਸ਼ੇਅਰ ਕਰਨੀ ਸੀ। ਮੈਂ ਕਿਹਾ ਚਲੋ ਥੋੜੀ ਬਹੁਤੀ ਗੱਪਸ਼ਪ ਵੀ ਕਰ ਲਈਏ, ਕੋਈ ਕੰਮ ਦੀਆਂ ਗੱਲਾਂ ਚਾਰ ਕਰ ਲਈਏ। अस्सलाम वालेकुम भाजी। वालेकुम अस्सलाम। हाँ जी भाई की हाल चाल आ? अल्हम्दुलिल्लाह ठीक ठाक है। अच्छा भाजी बहुत मेहरबानी तुसीं टाइम दिता अपना कीमती। अच्छा सब तो पहले तो ये दसो भाजी अज तुसीं दसदे सी कि दुपहरे तुहानूं फोन किया सी भी ट्रैक्टर नूं की मसला बनिया अज? ट्रैक्टर दी बैटरी खराब हुई धक्का स्टार्ट होया जी। अच्छा धक्का स्टार्ट फिर नवीं रखी जी? हां जी। किहड़ी कंपनी दी रखी ते किन्ने प्लेटी रखी? साका रखी जी 17 प्लेट। अच्छा जी ते मिनीमम किन्नी चाहिदी जां मैक्सीमम किन्नी होनी चाहिदी बैटरी जिहड़ी ट्रैक्टर 'च? 15 ही काफी है वैसे जी। 15 ही काफ़ी है जी। हां जी। अच्छा पहले दौर ਦੇ ਵਿੱਚ ਅੱਜ ਤੋਂ ਕੋਈ कह लो कि 2007-8 ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਉਦੋਂ 27 ਪਲੇਟੀਆਂ ਵੀ ਬੈਟਰੀਆਂ ਟਰੈਕਟਰਾਂ ਦੇ ਰੱਖਦੇ ਹੁੰਦੇ ਸੀਗੇ। नहीं फीएट ਨੂੰ नहीं रखदे। ਅੱਛਾ ਮੈਸੀ मैक्सी ਨੂੰ ਰੱਖਦੇ फीएट ਨੂੰ ਰੱਖਦੇ। ਫੀਅਟ ਨੂੰ ਰੱਖਦੇ ਹੁੰਦੇ ਫੀਅਟ ਤੇ ਦੇਖੀ ਸੀ ਜੀ 480 ਤੇ ਇੱਕ ਦਫਾ। ਜਿਹੜਾ ਨਾ ਥੋੜਾ ਜਿਹਾ ਭਾਰਾ ਹੁੰਦਾ। ਅੱਛਾ ਮੈਸੀ ਦਾ ਇੰਜਨ ਜ਼ਿਆਦਾ ਹੁੰਦਾ ਠੀਕ ਹੋ ਗਿਆ। ਇਸ ਕਰਕੇ ਇਹਨੂੰ 15 ਪਲੇਟ ਹੀ ਕਾਫੀ। 15 ਪਲੇਟੀ ਭਾਵੇਂ 75 85 ਹੈ ਤੇ ਭਾਵੇਂ 75 85 ਨੂੰ ਵੀ 15 ਪਲੇਟ ਹੀ ਹੁੰਦੀ। ਠੀਕ ਹੋ ਗਿਆ। ਅੱਛਾ ਭਾਜੀ ਅੱਜ ਤੁਸੀਂ ਇਹ ਗੱਲ ਸਾਨੂੰ ਦੱਸਣੀ ਆ ਪਹਿਲੇ ਤੇ ਇਹ ਦੱਸੋ ਆਪਣਾ ਇਹ ਜਿਹੜਾ 240 ਟਰੈਕਟਰ ਆ ਇਹ ਕਿੰਨੇ ਮਾਡਲ ਆ? ਇਹ 12 ਮਾਡਲ ਜੀ। 12 ਮਾਡਲ। ਅੱਛਾ ਇਹ ਪਹਿਲਾ ਸਵਾਲ ਆ ਸਾਡਾ ਤੁਹਾਡੇ ਤੱਕ ਕਿ ਟਰੈਕਟਰ ਪਾਕਿਸਤਾਨ ਦੇ ਵਿੱਚ ਮੈਸੀ ਵੀ ਆ, ਫੀਅਟ ਵੀ ਆ, ਫੋਰਡ ਵੀ ਆ, ਬਹੁਤ ਸਾਰੀਆਂ ਦੂਸਰੀਆਂ ਕੰਪਨੀਆਂ ਆ ਗਈਆਂ ਵਾ ਮਤਲਬ 50 HP ਤੋਂ ਲੈ ਕੇ 85 HP ਤੱਕ ਇਹ ਤੋਂ ਅੱਗੇ ਵੀ ਚੱਲ ਗਈਆਂ ਵਾ। ਤੇ ਤੁਹਾਡੇ ਹਿਸਾਬ ਦੇ ਨਾਲ ਮਤਲਬ ਇੱਕ 10 ਏਕੜ ਦਾ ਜ਼ਿਮੀਂਦਾਰ ਆ ਜਾਂ 5 ਏਕੜ ਦਾ ਜ਼ਿਮੀਂਦਾਰ ਆ ਉਹਨੂੰ ਕਿਹੜਾ ਟਰੈਕਟਰ ਬਿਹਤਰ ਹੈ ਇਸ ਮਹਿੰਗਾਈ ਦੇ ਦੌਰ ਦੇ ਵਿੱਚ? ਇਸ ਦੌਰ ਦੇ ਵਿੱਚ ਜੀ 480 ਫੀਅਟ। ਅੱਛਾ 240 ਮੈਸੀ ਅੱਛਾ ਠੀਕ। ਸਭ ਤੋਂ ਬੈਸਟ ਟਰੈਕਟਰ। ਅੱਛਾ ਤੇ ਤੁਹਾਡੇ ਅੰਦਾਜ਼ੇ ਨਾਲ ਇਹ ਕੰਮ ਕਿੰਨਾ ਕੁ ਕੱਢਦੇ ਆ? ਕੰਮ ਜੇ ਬੰਦਾ ਡਰਾਈਵਰ ਆਪ ਹੋਵੇ ਤੇ ਜਿੰਨਾ ਮਰਜ਼ੀ ਕਰਿਓ ਕੰਮ ਕੋਈ ਨਹੀਂ ਕਰਦਾ। ਕੰਮ ਕੋਈ ਨਹੀਂ ਕੱਢਦੇ। ਹਾਂਜੀ ਠੀਕ ਹੋ ਗਿਆ ਜੀ। ਅੱਛਾ ਤੇ ਦੂਸਰੇ ਨੰਬਰ ਤੇ ਭਾਜੀ ਇਹ ਗੱਲ ਤੁਸੀਂ ਦੱਸਣੀ ਆ ਕਿ ਆਪਾਂ 240 ਟਰੈਕਟਰ ਲਾ ਲਓ ਜਾਂ 480 ਫੀਟ ਟਰੈਕਟਰ ਲਾ ਲਓ ਦੋਨਾਂ ਚੋਂ ਲਾ ਲਓ ਜਾਂ ਫੋਰਡ 3600 ਲਾ ਲਓ ਦੋਨੇ 50 HP 55 HP ਦੇ ਕੈਟਾਗਰੀ ਦੇ ਟਰੈਕਟਰ ਆ ਜੀ। ਜਿਹੜਾ ਨਾ ਜੀ ਫੋਰਡ ਅੱਛਾ ਜੀ ਉਹ ਸਪੇਅਰ ਪਾਰਟ 'ਚ ਬਹੁਤ ਮਹਿੰਗਾ। ਸਪੇਅਰ ਪਾਰਟ 'ਚ ਮਹਿੰਗਾ ਜੀ। ਹਾਂਜੀ ਠੀਕ। ਸਾਰਿਆਂ ਟਰੈਕਟਰਾਂ ਨਾਲੋਂ ਮਹਿੰਗਾ। ਠੀਕ ਹੋ ਗਿਆ। ਖਰਚੇ ਦੇ ਵਿੱਚ ਵੀ ਥੋੜਾ ਜਿਹਾ ਜ਼ਿਆਦਾ ਜੀ। ਖਰਚੇ ਜ਼ਿਆਦਾ ਜੀ ਡੀਜ਼ਲ ਐਵਰੇਜ ਉਹਦੀ ਜ਼ਿਆਦਾ ਜੀ। ਹਾਂਜੀ ਠੀਕ। ਠੀਕ ਬਣਿਆ ਰੋਡ ਵਾਸਤੇ। ਰੋਡ ਵਾਸਤੇ ਸਭ ਤੋਂ ਬੈਸਟ ਟਰੈਕਟਰ ਫੋਰਡ ਆ ਜੀ। ਫੋਰਡ ਆ ਜੀ। ਠੀਕ ਹੋ ਗਿਆ। ਤੇ ਬਾਕੀ ਜ਼ਿਮੀਂਦਾਰ ਦੇ ਹੱਕ ਨੂੰ 240 ਤੇ 480 ਠੀਕ ਹੋ ਗਿਆ। ਦੋਵੇਂ ਬਿਹਤਰੀਨ ਟਰੈਕਟਰ ਆ ਜੀ। ਠੀਕ ਹੋ ਗਿਆ। ਟਰੈਕਟਰ ਭਾਈ ਦੇ ਹੱਕ ਨੂੰ ਗਾਜ਼ੀ ਵੀ ਠੀਕ ਆ ਠੀਕ ਹੋ ਗਿਆ ਜੀ। ਮਗਰ ਉਹਨੇ ਇੱਕ ਪ੍ਰੋਬਲਮ ਕੀ ਮਸਲਾ ਭਾਜੀ ਉਹਨੂੰ? ਗੈਸ ਕਿਉਂ ਨਹੀਂ ਸਾੜਨੋਂ ਹਟਦਾ। ਠੀਕ ਹੋ ਗਿਆ। ਵੈਸੇ ਪਹਿਲੇ ਵੀ ਮੈਂ ਸੁਣਿਆ ਕਿ ਭਾਜੀ ਗਾਜ਼ੀ ਦੇ ਮੁਤਲਕ ਤੁਹਾਡੀਆਂ ਕੁਝ ਰਾਏ ਸੀ। ਅੱਜ ਲੋਕਾਂ ਨੂੰ ਦੱਸੋ ਵੀ ਗਾਜ਼ੀ ਕੀ ਮਸਲਾ ਕਰਦਾ ਵਾ? ਗਾਜ਼ੀ ਗੈਸਕਟ ਸਾੜਦਾ ਕਿਉਂ ਆ ਕਿ ਉਹਦਾ ਜਿਹੜਾ ਹੈਗਾ ਨਾ ਜੀ ਬਲਾਕ ਅੱਛਾ ਜੀ ਉਹ 480 ਵਾਲਾ 480 ਵਾਲਾ ਬਲਾਕ। ਠੀਕ ਹੋ ਗਿਆ। ਉਹਦੇ ਵਿੱਚ ਹੀ ਉਹਨਾਂ ਨੇ ਉਹਨੂੰ ਥੋੜਾ ਜਿਹਾ ਖੁੱਲਾ ਕਰਕੇ ਤੇ ਪਿਸਟਨ ਵੱਡੇ ਪਾ ਕੇ ਹਾਰਸ ਪਾਵਰ ਵਧਾ ਦਿੱਤੀ। ਫਿਟਿੰਗ ਕਰ ਦਿੱਤੀ ਉਹਦੀ। ਠੀਕ ਹੋ ਗਿਆ ਜੀ। ਗੈਸਕਟ ਦਾ ਗੱਬੇ ਗੈਪ ਬਹੁਤ ਥੋੜਾ ਜੀ। ਠੀਕ ਹੋ ਗਿਆ। ਇਹਦੀ ਸਹੀ ਵਜ੍ਹਾ ਤੋਂ ਗੈਸਕਟ ਸਾੜ ਦਿੰਦਾ। ਠੀਕ ਹੋ ਗਿਆ। ਸਹੀ ਹੋ ਗਿਆ। ਹਾਂਜੀ। ਅੱਛਾ ਤੇ ਭਾਜੀ ਪਾਕਿਸਤਾਨ ਦੇ ਵਿੱਚ ਤੁਸੀਂ ਤੁਹਾਨੂੰ ਅੱਗੇ ਵੀ ਇੱਕ ਦੋ ਦਫਾ ਤੁਹਾਡੇ ਨਾਲ ਮੇਰੀ ਗੱਲਬਾਤ ਹੋਈ ਹੈ ਗੱਪਸ਼ਪ ਹੋਈ ਹੈ ਟਰੈਕਟਰ ਆਇਆ ਜੀ ਬਰਾਕ ਸੇਮ 385 ਅਰਗਾ ਤੇ ਇੱਕ ਆਇਆ ਡਿਲੈਕਸ। ਤੁਸੀਂ ਕੀ ਕਹਿੰਦੇ ਹੋ ਉਹਦਾ ਗੱਬੇ ਸਿਰਫ ਸਪੇਸਰ ਪਾਇਆ ਤੇ ਉਹਨੂੰ ਟਾਇਰ ਜਿਹੜੇ ਅਗਲੇ 750 20 ਦੇ ਕਰ ਦਿੱਤੇ ਆ ਜਿੱਦਾਂ ਰੂਸੀ ਦੇ ਕਹਿ ਸਕਦੇ ਆ? ਦੇਖੋ ਜੀ ਉਹਨਾਂ ਦੇ ਮੁਤਲਕ ਮੇਰੀ ਕੋਈ ਜ਼ਿਆਦਾ ਨੌਲੇਜ ਨਹੀਂ। ਉਹਨਾਂ ਦੇ ਮੁਤਲਕ ਜ਼ਿਆਦਾ ਨੌਲੇਜ ਨਹੀਂ। ਮੈਂ ਚਲਾਏ ਅੱਛਾ ਜੀ। ਨਾ ਕੋਈ ਇੰਨੇ ਜ਼ਿਆਦਾ ਚਲਾ ਕੇ ਦੇਖੇ ਨਾ ਚੱਲਦਾ ਦੇਖਿਆ ਜੀ। ਠੀਕ ਹੋ ਗਿਆ। ਹਾਂਜੀ ਭਾਜੀ ਤੁਸੀਂ ਕੀ ਕਹਿ ਰਹੇ ਸੀ? ਮੈਂ ਕਹਿ ਰਿਹਾ ਸੀ ਕਿ ਦੂਸਰੇ ਦੇ ਟਰੈਕਟਰ ਨਾ ਜੀ ਹਾਂਜੀ ਉਹਨਾਂ ਦੇ ਮਾਮਲੇ 'ਚ ਮੇਰਾ ਕੋਈ ਇੰਨਾ ਜ਼ਿਆਦਾ ਨੌਲੇਜ ਨਹੀਂ ਠੀਕ ਹੋ ਗਿਆ ਜੀ। ਕਿਉਂਕਿ ਨਾ ਮੈਂ ਚਲਾਏ ਨਾ ਚੱਲਦੇ ਦੇਖੇ। ਅੱਛਾ ਨਹੀਂ ਆਪਣੇ ਕੋਲ ਤਾਂ 85 ਵੀ ਹੈ 75 ਵੀ ਹੈ ਮੈਂ ਮਤਲਬ ਉਹਦੇ ਵਿੱਚ ਹੀ ਉਹਨਾਂ ਨੇ ਸਪੇਸਰ ਪਾਇਆ। ਸਿਰਫ ਸਪੇਸਰ ਦੇ ਮੁਤਲਕ ਤੁਸੀਂ ਸਾਨੂੰ ਥੋੜਾ ਬਹੁਤਾ ਦੱਸ ਦਿਓ ਕਿ ਸਪੇਸਰ ਜਿਹੜਾ ਪਾਇਆ ਉਹਦੇ ਨਾਲ ਆਇਆ ਕਿ ਉਹਦੇ ਤੋਰੇ 'ਚ ਜਾਂ ਉਹਦੀ ਖਿਚਾਈ 'ਚ ਜ਼ੋਰ 'ਚ ਕੋਈ ਫਰਕ ਹੋਊਗਾ ਜਾਂ ਨਹੀਂ ਹੋਊਗਾ? ਬਿਲਕੁਲ ਮੇਰੇ ਅੰਦਾਜ਼ੇ ਦੇ ਮੁਤਾਬਕ ਉਹਦੀ ਖਿਚਾਈ 'ਚ ਫਰਕ ਹੋਣਾ ਚਾਹੀਦਾ। ਠੀਕ ਹੋ ਗਿਆ ਜੀ। ਸਲਿੱਪ ਘਟ ਜਾਣੀ ਚਾਹੀਦੀ। ਸਲਿੱਪ ਘਟ ਜਾਣੀ ਚਾਹੀਦੀ। ਜਦੋਂ ਸਲਿੱਪ ਘਟੂਗੀ ਹਾਂਜੀ ਆਟੋਮੈਟਿਕ ਜ਼ਿਆਦਾ ਹੋ ਜਾਏਗਾ। ਠੀਕ ਹੋ। ਅੱਛਾ ਭਾਜੀ ਹੁਣ ਤੁਸੀਂ ਸਾਨੂੰ 240 ਦੇ ਮੁਤਲਕ ਖਾਸ ਇਹ ਗੱਲਾਂ ਦੱਸਣੀਆਂ ਵਾ ਆਇਆ ਕਿ ਜਿਹੜਾ ਸਾਡਾ 240 ਟਰੈਕਟਰ ਆ ਬਨਿਸਬਤ ਜਿਹੜੇ ਚੜ੍ਹਦੇ ਪੰਜਾਬ ਇੰਡੀਆ ਦੇ ਵਿੱਚ 241 ਟਰੈਕਟਰ DI ਜਿਹੜਾ ਨਾ ਉਹ ਸਾਡਾ ਤੇ ਉਹਨਾਂ ਦਾ ਮਤਲਬ ਕਹਿ ਲਓ ਕਿ ਟਰੈਕਟਰ ਦਾ ਫਰਕ ਆ
ਤੇ ਸਾਡਿਆਂ ਨੇ ਨਾ ਪਾਵਰ ਸਟੀਅਰਿੰਗ ਕੀਤਾ, ਨਾ ਪਿਛਲੀਆਂ ਟੂਬਾਂ 'ਚ ਕੋਈ ਤਬਦੀਲੀ ਕੀਤੀ। ਇਹਦੀ ਕੀ ਵਜ੍ਹਾ ਵਾ? ਕਿਉਂਕਿ 240 ਬ੍ਰੇਕਾਂ ਵੱਲੋਂ ਵੀ ਮਤਲਬ ਗੰਦਾ ਮੰਨਿਆ ਜਾਂਦਾ ਜੀ। ਇਹਦੇ ਮਤਲਬ ਤੁਹਾਨੂੰ ਸਾਨੂੰ ਦੱਸਣਾ ਤਫਸੀਲ ਨਾਲ, ਰੋਸ਼ਨੀ ਪਾਓ ਜੀ ਕੀ ਆ ਇਹਦਾ ਮਤਲਬ ਕੀ ਆ ਭਾਜੀ, ਉਹਨਾਂ ਦੇ ਬਣਾਏ ਵਿਕਦੇ ਆ। ਠੀਕ ਹੋ ਗਿਆ ਜੀ। ਉਹ ਇਸ ਕਰਕੇ ਨਾ ਛੇਤੀ ਤਬਦੀਲੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਠੀਕ ਹੋ ਗਿਆ ਜੀ, ਸਹੀ ਹੋ ਗਿਆ, ਠੀਕ ਹੋ ਗਿਆ। ਮੇਨ ਵਜੂਹਾਤ ਮੇਰੀ ਨਜ਼ਰ ਦੇ ਵਿੱਚ ਤੇ ਇਹੀ ਹੈ ਜੀ। ਠੀਕ ਹੈ ਜੀ, ਹਾਂਜੀ ਜਦੋਂ ਕੋਈ ਮਾਰਕੀਟ ਦੇ ਵਿੱਚ ਸ਼ੈ ਵਾਫਰ ਮਕਦਾਰ ਨਾਲ ਵਿਕਦੀ ਹੋਵੇ ਨਾ, ਹਾਂਜੀ, ਤੇ ਕੰਪਨੀ ਤਬਦੀਲੀ ਨਹੀਂ ਕਰਦੀ। ਨਹੀਂ ਤਬਦੀਲੀ ਕਰਦੀ। ਕੰਪਨੀ ਤਬਦੀਲੀ ਉਦੋਂ ਕਰਦੀ ਆ ਜਦੋਂ ਕੋਈ ਹੋਰ ਮਾਰਕੀਟ ਦੇ ਵਿੱਚ ਗੱਡੀ ਆ ਕੇ ਉਹਨੂੰ ਪਿੱਛੇ ਕਰਦੀ। ਸਹੀ ਹੋ ਗਿਆ, ਇਹ ਕੰਪਨੀ ਕੋਈ ਤਬਦੀਲੀ ਕਰਦੀ ਆ, ਯਾਨੀ ਕੋਈ ਕੰਪੀਟੀਸ਼ਨ ਬਣਦਾ ਹੋਵੇ। ਕੋਸ਼ਿਸ਼ ਕਰਦੀ ਆ। ਠੀਕ ਹੋ ਗਿਆ ਜੀ, ਸਹੀ ਹੋ। ਹਾਂਜੀ। ਅੱਛਾ, ਤੇ ਭਾਜੀ 240 ਜਿਹੜਾ ਵਾ ਡੀਜ਼ਲ ਐਵਰੇਜ ਦੇ ਹਵਾਲੇ ਦੇ ਨਾਲ ਇਹ ਮਤਲਬ ਕਿੱਦਾਂ ਦਾ ਮੰਨਿਆ ਜਾਂਦਾ ਵਾ ਵੀ ਮਤਲਬ ਇੱਕ ਕਿੱਲੇ ਤੇ ਅਸੀਂ ਇਹਦੇ ਪਿੱਛੇ ਅਗਰ 42 ਕਟਰ ਰੂਟਰ ਪਾਇਆ ਜਾਵੇ ਜਾਂ 11 ਹਲ ਪੂਰੇ ਪਾਏ ਜਾਣ, ਕਈ ਲੋਕ 9 ਬਣਵਾਏ ਆ, ਕਈਆਂ ਲੋਕਾਂ ਨੇ 9 ਦੇ ਬਣਾਏ ਆ ਹੈਵੀ ਕੋੜਾਂ ਦੇ ਵਿੱਚ, ਤੇ 11 ਤੇ ਮਤਲਬ 42 ਕਟਰ ਰੂਟਰ ਤੇ 1 ਏਕੜ ਦੇ ਵਿੱਚ ਕਿੰਨਾ ਕੁ ਦੇ ਤੇਲ ਪੀ ਸਕਦਾ ਵਾ? ਵੀਰੇ ਇਹ ਤਾਂ ਬੌਣ ਤੇ ਆ। ਬਾਉਣ ਤੇ। ਠੀਕ ਹੋ ਗਿਆ ਜੀ। ਅਗਰ ਤੁਸੀਂ ਦੂਸਰੇ ਗੇਅਰ 'ਚ ਬਾਉਨੇ ਆ ਅੱਛਾ। ਉਹਦੀ ਐਵਰੇਜ ਹੋਰ ਹੋਊਗੀ, ਅਗਰ ਤੀਸਰੇ 'ਚ ਬਾਉਨੇ ਆ ਤਾਂ ਉਹਦੀ ਐਵਰੇਜ ਜ਼ਾਹਰੀ ਬਾਤ ਆ ਹੋਰ ਹੋਰ ਹੋਏਗੀ। ਤੇ ਕਮਾਦ ਦੇ ਵੱਢ ਦੀ ਐਵਰੇਜ ਹੋਰ ਆ, ਹਾਂਜੀ। ਜਾਂ ਚਣਾ ਦੇ ਵੱਢ ਦੀ ਐਵਰੇਜ ਹੋਰ ਅਲੱਗਾ ਲੈਦਾ ਵਾ। ਲੱਦਾ। ਠੀਕ ਹੋ ਗਿਆ, ਇਹ ਗੱਲ 11 ਹਾਲਾਂ ਦੀ ਮੈਂ ਖੁੱਲੀ ਬਾਤ 13 ਦੀ ਬਾਅਦ 11 ਹਾਲ ਪਾਏ ਆ ਤੇ ਮਗਰ ਠੀਕ ਹੋ ਗਿਆ ਜੀ, ਕੁੱਟ ਕੇ ਵਾਹੁਣ ਡਿਆ। ਸਹੀ ਹੋ ਗਿਆ ਜੀ। ਅੱਲਾ ਦਾ ਸ਼ੁਕਰ ਆ, ਬਿਹਤਰੀਨ ਵਾਹੁਣ ਡਿਆ। ਠੀਕ। ਆਪਣਾ ਭਾਜੀ ਟਰੈਕਟਰ ਚਲਾਉਣ ਲਈ 2 ਆਪਸ਼ਨ ਚਾਹੀਦੇ ਆ। ਹਾਂਜੀ, ਦੱਸੋ ਜੀ। ਇੱਕ ਤਾਂ ਇਹ ਆ ਕਿ ਜਦੋਂ ਤੁਸੀਂ ਟਰੈਕਟਰ ਦੇ ਉੱਤੇ ਬੈਠੇ ਆ ਨਾ, ਹਾਂਜੀ, ਫਿਰ ਸੀਟ ਤੇ ਤੁਸੀਂ ਬੈਠੇ, ਟਰੈਕਟਰ ਤੁਹਾਡੀ ਗੱਲ ਮੰਨੇ। ਠੀਕ ਹੋ ਗਿਆ ਜੀ, ਜਦੋਂ ਤੁਸੀਂ ਥੱਲੇ ਉਤਰਿਆ ਤਾਂ ਤੁਸੀਂ ਟਰੈਕਟਰ ਦੀ ਮੰਨਣੀ ਆ। ਬਿਲਕੁਲ ਸਹੀ ਹੋ ਗਿਆ ਜੀ, 100% ਗੱਲ। ਮੈਂ ਧੱਕਾ ਸਟਾਰਟ ਆ, ਠੀਕ। ਬੈਟਰੀ ਲਿਆ ਕੇ ਰੱਖ, ਹਾਂਜੀ, ਪਹਿਲਾਂ ਬੈਟ ਰੱਖੀ, ਸਾਲਾ ਫੇਮ ਮਾਰਿਆ। ਠੀਕ ਹੋ ਧੱਕਾ ਸਟਾਰਟ ਵਾਲਾ ਕੋਈ ਆਪਸ਼ਨ ਨਹੀਂ ਟਰੈਕਟਰ ਦਾ। ਠੀਕ ਹੋ ਗਿਆ ਜੀ। ਜਿੱਥੇ ਬੰਦ ਹੋ ਜਾ, ਮੈਂ ਕਿੱਥੇ ਸਾਰਾ ਪਿੰਡ ਲੱਭਦਾ ਰਹੂੰਗਾ ਸਟਾਰਟ ਕਰਨ ਲਈ। ਨਹੀਂ, ਆ ਤਾਂ ਹੋਈਆਂ ਨਾ ਗੱਲਾਂ ਚਾਸਾ ਵਾਲੀਆਂ। ਸਹੀ ਹੋ ਗਿਆ। ਜਦੋਂ ਤੁਸੀਂ ਟਰੈਕਟਰ ਤੋਂ ਥੱਲੇ ਉਤਰਦੇ ਆ, ਹਾਂਜੀ। ਜਾਂ ਇਹਦੇ ਉੱਤੇ ਬਹਿਣ ਤੋਂ ਪਹਿਲਾਂ ਇਹਦੀਆਂ ਸਾਰੀਆਂ ਚੀਜ਼ਾਂ ਚੈੱਕ ਕਰਕੇ ਤੁਰੋ, ਹਾਂਜੀ, ਤੇ ਫਿਰ ਟਰੈਕਟਰ ਦੇ ਉੱਤੇ ਬਹਿ ਕੇ ਗੱਲ ਇਹਨੇ ਤੁਹਾਡੀ ਮੰਨਣੀ ਆ। ਸਹੀ ਹੋ ਗਿਆ। ਫਿਰ ਮਨਾਉਣੀ ਵੀ ਚਾਹੀਦੀ ਹੈ ਜੀ। ਜਦੋਂ ਥੱਲੇ ਉਤਰੇ ਆ ਤਾਂ ਤੁਸੀਂ ਇਹਦੀ ਮੰਨੋ, ਠੀਕ ਹੋ ਗਿਆ ਜੀ। ਜਦੋਂ ਉੱਤੇ ਬੈਠੇ ਆ ਤਾਂ ਫਿਰ ਇਹ ਤੁਹਾਡੀ ਮੰਨੇ। ਠੀਕ ਹੋ ਗਿਆ, ਸੀਟ ਤੁਹਾਡੇ ਥੱਲੇ ਆ। ਠੀਕ ਹੋ ਗਿਆ। ਅੱਛਾ ਭਾਜੀ, ਕਿੰਨੀ ਦੇਰ ਬਾਅਦ ਇਹਦਾ ਆਇਲ ਚੇਂਜ ਕਰਨਾ ਚਾਹੀਦਾ ਵਾ ਇੰਜਣ ਦਾ, ਤੇ ਔਰ ਜਿਹੜਾ ਵਾ ਆਪਣਾ ਇਹਦਾ ਫਿਲਟਰ ਨੂੰ ਜਿਹੜਾ 에ਅਰ ਕਲੀਨਰ ਆ ਉਹਨੂੰ ਸਾਫ਼ ਕਿੰਨੀ ਦੇਰ ਬਾਅਦ ਕਰਨਾ ਚਾਹੀਦਾ ਜੀ? ਦੇਖੋ ਜੀ, ਇਹ ਚਲਾਈ ਦੇ ਸਿਰ ਤੇ ਅਗਰ ਮਿੱਟੀ ਘੱਟੇ ਚੱਲਦਾ ਤਾਂ 에ਅਰ ਕਲੀਨਰ ਹਰ ਤੀਸਰੇ ਦਿਨ ਚੈੱਕ ਕਰਨਾ ਚਾਹੀਦਾ। ਠੀਕ ਹੋ ਗਿਆ ਜੀ। ਜਦੋਂ ਗੰਦਾ ਉਦੋਂ ਹੀ ਬਦਲੋ। ਉਦੋਂ ਹੀ ਬਦਲੋ। ਤੇਲ ਜਿੱਦਾਂ ਦੇ ਆਪਣੇ ਪਾਕਿਸਤਾਨ ਚ ਆ ਰਹੇ ਆ ਨਾ, ਹਾਂਜੀ। ਮੇਰੇ ਹਿਸਾਬ ਨਾਲ 100 ਘੰਟਾ ਪੂਰਾ ਮਤ ਕਰੋ। ਸਹੀ ਹੋ ਗਿਆ। 80 ਤੋਂ 85 ਹੱਦ 90 ਘੰਟੇ ਤੱਕ ਚਲਾ ਕੇ ਬਦਲ ਦਿਓ। ਬਦਲ ਦਿਓ। ਸਹੀ ਹੋ, ਯਾਨੀ ਕਿ ਹਲਕੇ ਨਕਸ ਤੇਲ ਆ ਰਹੇ ਆ ਤੁਹਾਡੇ ਨਜ਼ਰੀਏ ਦੇ ਮੁਤਾਬਕ। ਠੀਕ ਹੋ ਗਿਆ। ਬਿਲਕੁਲ, ਕਿਉਂਕਿ ਮੈਂ ਕਾਫੀ ਦੇਰ ਤੋਂ ਤੇਲ ਚਲਾ ਰਿਹਾ, ਮੈਂ ਕਦੇ ਵੀ 100 ਘੰਟਾ ਪੂਰਾ ਨਹੀਂ ਕੀਤਾ। ਸਹੀ। ਇਹ ਤਾਂ ਭਾਈ ਅਸੀਂ ਕਾਫੀ ਦਫਾ ਪਹਿਲੇ ਵੀ ਸੁਣਿਆ ਵਾ, ਤੁਸੀਂ 75 ਦਾ ਤੇਲ ਜਿਹੜਾ ਨਾ ਕਹਿ ਲਓ ਕਿ ਉਹ ਪਹਿਲੇ ਤਬਦੀਲ ਕਰ ਦਿੰਦੇ ਆ। ਅੱਜ ਤੇ ਕਾਲਾ ਵੀ ਨਹੀਂ ਹੁੰਦਾ। ਠੀਕ ਹੋ ਗਿਆ। ਗੰਦਾ ਨਹੀਂ ਹੁੰਦਾ। ਸਹੀ ਹੋ ਗਿਆ ਜੀ। ਇੰਜਣ ਕਰਾਰ ਮੈਨੂੰ 8 ਸਾਲ ਹੋ ਗਏ ਆ। ਹਾਂਜੀ, ਅੱਜ ਵੀ ਉਦਾਂ ਹੀ ਤਾਂ ਹਜੇ ਸਵੇਰੇ ਹੀ ਕਰਾਇਆ। ਠੀਕ ਹੋ ਗਿਆ ਜੀ। ਹਾਂਜੀ। ਸਹੀ ਹੋ ਗਿਆ। ਅੱਛਾ, ਤੇ ਭਾਜੀ ਤੁਸੀਂ ਇਹ ਸਾਨੂੰ ਦੱਸਣਾ ਵਾ ਕਿ ਅਗਰ ਆਪਣਾ ਆ ਜਿਹੜਾ 240 ਆ, ਹਾਂਜੀ। ਕਈ ਬੰਦੇ ਵਿਚਾਰੇ ਇਹ ਕਹਿ ਦਿੰਦੇ ਆ ਵੀ ਯਾਰ ਇਹਦੀਆਂ ਬ੍ਰੇਕਾਂ ਦਾ ਮਸਲਾ ਬਹੁਤ ਜ਼ਿਆਦਾ ਵਾ, ਇਹਦਾ ਕੀ ਹੱਲ ਹੋਣਾ ਚਾਹੀਦਾ? ਇਹਦੇ ਤੇ ਕੋਈ ਸਾਨੂੰ ਦੱਸੋ ਥੋੜਾ ਬਹੁਤਾ। ਯਾਰ ਕੁਝ ਕਾਰੀਗਰ ਐਸੇ ਹੈਗੇ ਆ ਪਾਕਿਸਤਾਨ ਦੇ ਵਿੱਚ, ਹਾਂਜੀ। ਹਰ ਇਲਾਕੇ ਦੇ ਵਿੱਚ ਤਕਰੀਬਨ, ਜਿਹੜੇ ਇਸ ਗੱਲ ਦੀ ਮਹਾਰਤ ਰੱਖਦੇ ਆ। ਠੀਕ ਹੋ ਗਿਆ ਜੀ। ਔਰ ਉਹ ਬ੍ਰੇਕਾਂ ਠੀਕ ਕਰ ਦਿੰਦੇ। ਠੀਕ ਕਰ ਦਿੰਦੇ। ਸਹੀ ਹੋ ਗਿਆ। ਅੱਛਾ, ਤੇ ਇਹਦੇ ਪਾਵਰ ਸਟੀਅਰਿੰਗ ਦੇ ਹਵਾਲੇ ਨਾਲ ਮਤਲਬ ਤਾਂ ਇੱਕ ਹੋ ਸਕਦਾ ਕਿ ਨਹੀਂ? 240 ਹੋ ਸਕਦਾ, ਪਰ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਅਗਰ ਤੁਸੀਂ ਇਹਦੇ ਗਰੀਸ ਪੁਆਇੰਟ ਦਾ ਖਾਸ ਖਿਆਲ ਰੱਖੋ। ਠੀਕ ਹੋ ਗਿਆ, ਯਾਨੀ ਕਿ ਫਿਰ ਲੋਡ ਨਹੀਂ ਪੈਂਦੀ। ਜ਼ਿਆਦਾ ਜ਼ਰੂਰਤ ਨਹੀਂ ਪਾਵਰ ਦੀ। ਠੀਕ ਹੋ ਗਿਆ। ਅਗਰ ਜਿੱਥੇ ਇੱਥੇ ਗਰੀਸ ਹੁੰਦੀ ਆ ਤੁਸੀਂ ਟਾਈਮ ਨਾ ਕਰੋ, ਹਾਂਜੀ, ਤੇ ਮੇਰਾ ਖਿਆਲ ਆ ਵੀ ਏਡੀ ਜ਼ਿਆਦਾ ਜ਼ਰੂਰਤ ਨਹੀਂ। ਠੀਕ ਹੋ ਗਿਆ। ਹਾਂਜੀ। ਅੱਛਾ, ਤੇ ਭਾਜੀ ਤੁਸੀਂ ਟਰੈਕਟਰ ਫੀਟ ਵੀ ਚਲਾਇਆ, ਮੈਸੀ ਵੀ ਚਲਾਇਆ ਵਾ? ਮੈਸੀ ਤਾਂ ਬਹੁਤ ਚਲਾਇਆ ਜੀ। ਮੈਸੀ ਤਾਂ ਤੁਹਾਡੇ ਕੋਲ ਔਰ ਰੈਡੀ ਕਹਿ ਲਓ ਕਿ ਇਸ ਟਾਈਮ 3 ਟਰੈਕਟਰ ਆ, 85 ਵੀ, 75 ਵੀ, 240 ਵੀ 2 ਖੜੇ ਆ ਅਲਹਮਦੁਲਿਲਾ। ਤੁਹਾਡੇ ਨਜ਼ਰੀਏ ਦੇ ਮੁਤਾਬਕ ਟਰੈਕਟਰ ਦੀ ਤੁਹਾਨੂੰ ਚਲਾਉਣ ਦੀ ਕਿਹੜੇ ਦੀ ਚਾਸ ਆਈ ਆ, ਮਤਲਬ ਛੋਟਿਆਂ ਜਾਂ ਵੱਡਿਆਂ ਦੇ ਵਿੱਚੋਂ? ਦੇਖੋ ਜੀ, ਵੱਡਿਆਂ ਵਿੱਚੋਂ ਸਭ ਤੋਂ ਜ਼ਿਆਦਾ ਚਲਾਈ ਆਸਾਨ ਜਿਹੜੀ ਆ ਨਾ 75-85। 75-85 ਦੀ। ਅਗਲੀ ਗੱਲ ਆ ਕਿ ਉਹਨਾਂ ਦਾ ਡੀਜ਼ਲ ਦਾ ਖਰਚਾ ਜ਼ਰੂਰ ਜ਼ਿਆਦਾ, ਬਰਲ ਕੰਮ ਨਹੀਂ ਛੇਤੀ ਕਰਦਾ। ਕੰਮ ਨਹੀਂ ਛੇਤੀ ਕੱਢਦੇ। ਸਪਿੰਡਲ ਦੇ ਬਹੁਤ ਮਜ਼ਬੂਤ ਆ, ਐਕਸਲਾਂ ਦੇ ਬਹੁਤ ਮਜ਼ਬੂਤ ਆ। ਦੂਸਰੀ ਗੱਲ ਹੈ ਕਿ ਪਾਵਰ 'ਚ ਪਲੇ ਨਹੀਂ ਪੈਂਦੀ। ਠੀਕ ਹੋ ਗਿਆ। ਚੱਕ ਲੱਗਾ ਸਿਰਫ 2 ਐਂਡ ਆ। ਠੀਕ ਹੋ। ਨੂੰ ਸਭ ਤੋਂ ਵੱਡੀ ਬਿਮਾਰੀ ਇਹ ਆ, ਹਾਂਜੀ, ਇਹਦੇ ਐਂਡ ਕਿੰਨੇ ਸਾਰੇ ਬਣਾਤੇ। ਠੀਕ ਹੋ ਗਿਆ। ਅੱਧੇ ਸਟੀਅਰਿੰਗ ਦੀ ਵੈਸੇ ਹੀ ਪਲੇ ਪੈ ਜਾਂਦੀ 3-4 ਸਾਲਾਂ ਬਾਅਦ। ਸਹੀ ਹੋ ਗਿਆ। ਹਰ ਐਂਡ ਦੇ ਵਿੱਚ ਥੋੜੀ ਥੋੜੀ ਪਲੇ ਪਵੇ, ਹਾਂਜੀ, ਕਿੰਨੀ ਬਣ ਜਾਂਦੀ। ਠੀਕ ਹੋ ਗਿਆ। 75-50 ਦਾ ਜਿਹੜਾ ਜੈਕ ਸਿਸਟਮ ਆ ਨਾ ਪ੍ਰੈਸ਼ਰ ਦਾ ਜੀ, ਹਾਂਜੀ, ਉਹ ਹਾਈਡਰੋਸਟਿਕ ਪਾਵਰ ਸਟੀਅਰਿੰਗ ਦਾ ਬਹੁਤ ਅੱਛਾ ਜ਼ਬਰਦਸਤ ਲਾਇਆ ਵਾ। ਹਾਂਜੀ। ਤੇ ਕਹਿ ਲਓ ਕਿ ਇਹਦੇ ਨਾਲ ਦਾ ਪਾਵਰ ਸਟੀਅਰਿੰਗ ਪੂਰੇ ਪਾਕਿਸਤਾਨ 'ਚ ਹੋਰ ਕਿਸੇ ਟਰੈਕਟਰ ਨੂੰ ਨਹੀਂ। ਨਹੀਂ ਲਵਾਏ ਸਪਿੰਡਲਾਂ ਦੇ। ਹਾਂਜੀ, ਠੀਕ ਹੋ ਗਿਆ। ਤੇ ਗਰੀਸ ਹਰ ਤੀਜੇ ਦਿਨ ਕਰਨੀ ਹੈ ਜਦੋਂ ਚੱਲਦਾ। ਜਦੋਂ ਚੱਲਦਾ ਉਦੋਂ ਕਰਨੀ ਹੈ ਜੀ। ਹਰ ਤੀਸਰੇ ਦਿਨ 1-2 ਪੰਪ ਮਾਰਨੇ। ਠੀਕ ਹੋ ਗਿਆ ਜੀ। ਹਾਂਜੀ।
ਅੱਛਾ ਤੇ ਭਾਜੀ ਆਪਣਾ ਕੀ ਉਹਨੂੰ ਕਹਿੰਦੇ ਐਸ ਟਰੈਕਟਰ ਦੇ ਨਾਲ ਤੁਸੀਂ ਮੌਜੂਦਾ ਜਿਹੜਾ ਹੁਣ ਕਿੰਨੇ ਏਕੜ ਦਾ ਜ਼ਿਮੀਂਦਾਰਾ ਕਰਦੇ ਹੋ? ਤੇ ਮੈਂ ਵੀਰੇ ਕਮਰਸ਼ੀਅਲ ਵੀ ਚਲਾਉਣਾ, ਆਪਣਾ ਵੀ ਕਰਦਾ, ਤਕਰੀਬਨ 22-23 ਕਿੱਲੇ ਮੈਂ ਆਪਣੇ ਕਰਦਾ, ਬਾਕੀ ਕਮਰਸ਼ੀਅਲ ਵੀ। ਠੀਕ ਹੋ ਗਿਆ। ਤੇ ਸਭ ਤੋਂ ਜ਼ਿਆਦਾ ਜਿਹੜੀ ਕਿਹੜੀ ਫਸਲ ਤੁਸੀਂ ਕੱਢਦੇ ਹੋ, ਕਿਹੜੀ ਕਾਸ਼ਤ ਕਰਦੇ ਹੋ? ਆਪਣੇ ਇਲਾਕੇ ਜਿੰਨਾ ਕਿ ਵੀਰੇ ਪਾਣੀ ਆਉਂਦਾ ਨਾ, ਹਾਂਜੀ ਕਣਕ ਤੇ ਕਮਾਦ ਹੀ ਹੈ। ਠੀਕ ਹੋ ਗਿਆ, ਸਹੀ ਹੋ ਗਿਆ। ਹਾਂਜੀ ਤੇ ਸਰੋਂ ਦੇ ਹਵਾਲੇ ਨਾਲ ਜਿਹੜਾ ਤੁਹਾਡੇ ਕੀ ਖਿਆਲਾਤ ਆ, ਜਾਂ ਮਤਲਬ ਦੂਸਰੀਆਂ ਫਸਲਾਂ ਲਾ ਲਓ, ਮੱਕੀ ਤੇ ਸਾਡੇ ਲੱਗ ਨਹੀਂ ਸਕਦੀ ਆਲਰੇਡੀ, ਤੁਸੀਂ ਪਹਿਲੇ ਕਹਿਤਾ ਪਾਣੀ ਦਾ ਮਸਲਾ। ਪਾਣੀ ਦੀ ਪ੍ਰੋਬਲਮ ਹਾਂਜੀ ਤੇ ਸਰੋਂ ਦੇ ਵੀ ਖਰਾ ਨਹੀਂ। ਠੀਕ ਹੋ ਗਿਆ। ਹਾਂਜੀ ਉਹ ਤਾਂ ਬਿਲਕੁਲ ਸਾਰਿਆਂ ਨੂੰ ਪਤਾ ਕਿ ਫੈਸਲਾਬਾਦ ਦਾ ਪਾਣੀ ਜਿਹੜਾ ਉਹ ਅੱਛਾ ਨਗਾ ਹੈਗਾ ਬਾਅਦ ਇਲਾਕਿਆਂ ਦਾ। ਦੂਸਰਾ ਕਿ ਆਪਣੇ ਜਿਹੜੀ 12 ਮੰਦੀ ਵਾਲਾ ਪ੍ਰੋਗਰਾਮ ਆ ਨਾ, ਹਰ ਮਹੀਨੇ 'ਚ 8 ਦਿਨ ਬੰਦ, ਹਾਂਜੀ ਜਿੰਨਾ ਆਪਾਂ ਕੋ ਦੂਸਰੀ ਛੋਟੀ ਸਬਜ਼ੀ ਜਾਂ ਜੇ ਉਹ ਵਗੈਰਾ ਕਾਸ਼ਤ ਕਰ ਨਹੀਂ ਕਰ ਸਕਦੇ ਹੈਗੇ। ਇਹ ਸਾਡੇ ਬਹੁਤ ਵੱਡੀ ਪ੍ਰੋਬਲਮ ਆ ਜੀ ਪਾਣੀ ਵਾਲੀ। ਸਭ ਤੋਂ ਬੜੀ ਪ੍ਰੋਬਲਮ ਜ਼ਿਮੀਂਦਾਰੀ 'ਚ ਇਹ ਜ਼ਿਮੀਂਦਾਰੀ 'ਚ ਇਹ ਹੈ ਜੀ। ਅਗਲੀ ਪ੍ਰੋਬਲਮ ਜਿਹੜੀ ਹੁਣ ਗਵਰਨਮੈਂਟ ਨੇ ਬਣਾਈਆਂ ਨਾ, ਉਹ ਸਾਰਿਆਂ ਤੋਂ ਵਧੀਆ। ਉਹ ਤਾਂ ਫਿਰ ਸਾਰਿਆਂ ਨੂੰ ਪਤਾ, ਸਾਰੇ ਜ਼ਿਮੀਂਦਾਰਾਂ ਨੂੰ, ਕਿ ਸਾਡੀ ਗਵਰਨਮੈਂਟ ਨੇ ਕਣਕ ਵੇਚ ਕੇ ਨਾ ਮਸੀਂ ਖਰਚਾ ਬਚਿਆ, ਆਹ 2 ਮਣ ਬਚਿਆ ਜਿਹੜੇ ਘਰ ਖਾ ਲੈਣੇ। ਠੀਕ, ਸਹੀ ਹੋ ਗਿਆ। ਬਿਲਕੁਲ ਇਦਾਂ ਹੀ ਆ, ਤੁਹਾਡੀ ਗੱਲ ਸੱਚੀ ਹੈ ਜੀ। ਬਜਾਬ ਆ ਵੇਚ ਕੇ ਪਿਛਲਾ ਖਰਚਾ ਕੱਢਿਆ ਤੇ ਜਿਹੜੀ ਭੋਰਾ ਬਚੀ ਐਕਾਂ ਲੈ ਲਈ ਖਾਦ, ਐਕਾਂ ਲੈ ਲਈ ਬਚਿਆ ਖਾਦ। ਹੋਰ ਕੱਖ ਨਹੀਂ ਹਜੇ ਤੱਕ। ਹਾਂਜੀ ਹਾਂਜੀ ਉਹ ਖਾਦ ਜਿਹੜੀ ਪੈ ਕੇ ਕੰਮ ਬਰਾਬਰਾਂ 'ਚ ਹੀ ਆ ਜਾਂਦਾ ਜੀ, ਬਰਾਬਰਾਂ 'ਚ ਹੀ ਹੋ ਜਾਂਦਾ ਜੀ। ਹਾਂਜੀ ਠੀਕ ਹੋ ਗਿਆ। ਚਲੋ ਭਾਈ ਆਪਾਂ ਕਿਹੜੇ ਗੇਅਰ 'ਚ ਚਲਾਓਗੇ ਹੁਣ ਤੁਸੀਂ? ਲੈ ਜੀ ਆਪਾਂ ਹਲ ਵਾਉਣੇ ਆ ਜੀ। ਠੀਕ ਹੈ ਜੀ, ਚਲੋ ਜੀ, ਮਾਰੋ ਸਲਾ ਫੱਲਾ ਖੈਰ ਕਰੇ ਜੀ। ਲਓ ਜੀ ਦੋਸਤੋ, ਵੀਡੀਓ ਦਾ ਪਾਰਟ ਦੂਸਰਾ ਕਰ ਦਿੰਦੇ ਹਾਂ ਜੀ, ਵੀਡੀਓ ਜ਼ਿਆਦਾ ਲੰਮੀ ਹੋ ਗਈ ਹੈ ਤੇ